ਯਿਸੂ ਦੇ ਆਉਣ ਦੀ ਖੁਸ਼ਖਬਰੀ। ਆਓ ਸਭ ਨੂੰ ਸੁਣਾਈਏ ਖੁਸ਼ਖਬਰੀ, ਪ੍ਰਭੂ ਯਿਸੂ ਦੇ ਆਉਣ ਦੀ ਖੁਸ਼ਖਬਰੀ। ਇਹ ਖਬਰ ਅਰਸ਼ ਤੋਂ ਆਈ ਏ, ਇਹ ਖਬਰ ਅਰਸ਼ ਤੋਂ ਆਈ ਏ, ਹਰ ਇੱਕ ਨੂੰ ਦਿਓ ਵਧਾਈ। हालेलुया। खुशखबरी स्काई चैनल 0151 पर प्रोग्राम आप सुन रहे हो नया सवेरा। और नया सवेरा प्रोग्राम में हमारी बहन रानी जी आए हैं, हम उनका स्वागत करते हैं। सिस्टर जी जैमसी की जी। जैमसी की सिस्टर जी। बहुत बहुत जैमसी सिस्टर जी। जैमसी की सब श्रोतियां ਨੂੰ ਵੀ ਜੈਮਸੀ ਕੀ ਜਿਤਨੇ ਵੀ ਤੁਹਾਡੇ ਪ੍ਰੋਗਰਾਮ ਨੂੰ ਸੁਣ ਰਹੇ ਆ, हालेलुया। ਸਭ ਦੇ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜੋ ਕੁਝ ਮੇਰੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੇ ਕੀਤਾ ਉਸ ਦੇ ਵਿੱਚੋਂ ਉਹਨਾਂ ਨੂੰ ਵੀ ਕੁਝ ਪ੍ਰਭੂ ਦੀ ਬੜੀ ਵੱਡੀ ਕਿਰਪਾ ਦਾ ਪਤਾ ਲੱਗੇ ਕਿ ਉਸਨੇ ਕਿਸ ਤਰ੍ਹਾਂ ਮੇਰੇ ਉੱਤੇ ਇੰਨੀ ਵੱਡੀ ਕਿਰਪਾ ਕੀਤੀ, ਜਿਸ ਦੇ ਨਾਲ ਮੇਰੀ ਜ਼ਿੰਦਗੀ ਜੋ ਕਿ ਪਹਿਲਾਂ ਦੇ ਮੋੜ ਤੇ ਜਾ ਰਹੀ ਸੀ ਉਸ ਤੋਂ ਵਾਪਸ ਆਪਣੇ ਵੱਲ ਮੋੜੀ। हालेलुया। ਪ੍ਰਭੂ ਦਾ ਧੰਨਵਾਦ ਕਰਦੀ ਹਾਂ ਉਸ ਦੀ ਮਹਿਮਾ ਜੋ ਹੈ ਇਸ ਖੁਸ਼ਖਬਰੀ ਤੋਂ ਸਾਰੀ ਉਸ ਨੂੰ ਮਿਲੇ हालेलुया। ਜਿਸ ਨੇ ਇਹ ਵੱਡਾ ਕੰਮ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ। ਮੈਂ ਇੱਕ ਸਿੱਖ ਘਰਾਣੇ ਦੇ ਨਾਲ ਸੰਬੰਧ ਰੱਖਦੀ ਹਾਂ। ਮੇਰਾ ਜਨਮ ਇੱਕ ਖਾਸ ਸਿੱਖੀ ਪ੍ਰੈਕਟਿਸ ਕਰਨ ਵਾਲੀ ਫੈਮਿਲੀ ਦੇ ਵਿੱਚ ਹੋਇਆ ਸੀ, ਜੋ ਕਿ ਕਹਿੰਦੇ ਕਹਾਉਂਦੇ ਸਿੱਖ ਨਹੀਂ ਬਲਕਿ ਸਿੱਖੀ ਦੇ ਵਿੱਚ ਹੀ ਉਹਨਾਂ ਦਾ ਜੀਵਨ ਜੋ ਸੀ ਲੰਘ ਰਿਹਾ ਸੀ, ਕਿਉਂਕਿ ਮੇਰੇ ਬਾਪ ਗ੍ਰੰਥੀ ਸੀ। ਤਾਂ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਗੁਰਦੁਆਰੇ ਦੇ ਵਿੱਚ ਸਭ ਦੇ ਵਾਸਤੇ ਹੁੰਦੀਆਂ ਹਨ ਉਹ ਬੜੀ ਵਫਾਦਾਰੀ ਦੇ ਨਾਲ ਨਿਭਾਉਂਦੇ ਸੀ। ਸੋ ਮੇਰਾ ਜੀਵਨ ਜੋ ਹੈ ਸਿੱਖੀ ਦੇ ਵਿੱਚ ਹੀ ਪਲਿਆ ਤੇ ਸਿੱਖੀ ਦੇ ਵਿੱਚ ਹੀ ਮੈਂ ਵੱਡੀ ਹੋਈ ਤੇ ਸਿੱਖੀ ਦੇ ਵਿੱਚ ਹੀ ਮੇਰਾ ਜੀਵਨ ਰਚਿਆ ਹੋਇਆ ਸੀ। ਸੋ ਮੈਨੂੰ ਕੋਈ ਵੀ ਐਸੀ ਖਾਹਿਸ਼ ਨਹੀਂ ਸੀ ਕਿ ਮੈਨੂੰ ਕੋਈ ਹੋਰ ਧਰਮ ਦੇ ਵਿੱਚ ਬਿਲੋਂਗ ਕਰਨ ਦੀ ਜ਼ਰੂਰਤ ਆ। ਮੈਂ ਬਿਲਕੁਲ ਖੁਸ਼ ਸੀ ਜਿਸ ਧਰਮ ਦੇ ਵਿੱਚ ਮੈਨੂੰ ਪ੍ਰਭੂ ਨੇ ਪੈਦਾ ਕੀਤਾ ਹੋਇਆ ਸੀ। ਸੋ ਮੇਰਾ ਜੀਵਨ ਜੋ 1982 ਦੇ ਵਿੱਚ ਥੋੜਾ ਜਿਹਾ ਬਹੁਤ ਜ਼ਿੰਦਗੀ ਬਿਜ਼ੀ ਹੋ ਗਈ, ਕਿਉਂਕਿ ਕੰਮ ਮੇਰੇ ਦੇ ਵਿੱਚ ਮੈਨੂੰ ਇੰਨਾ ਟਾਈਮ ਦੀ ਜ਼ਰੂਰਤ ਨਹੀਂ ਸੀ ਕਿ ਮੈਂ ਗੁਰਦੁਆਰੇ ਵਗੈਰਾ ਜਾ ਕੇ ਜੋ ਕੁਝ ਮੈਂ ਕਰਦੀ ਆ ਰਹੀ ਸੀ ਆਪਣੀ ਸਾਰੀ ਉਮਰ ਦੇ ਵਿੱਚ ਉਹ ਮੈਂ ਕਰ ਸਕਾਂ, ਕਿਉਂਕਿ ਟਾਈਮ ਜੋ ਹੈ ਸਾਰਾ ਮੇਰੇ ਕੰਮ ਤੇ ਨਿਕਲ ਜਾਂਦਾ ਸੀ। ਤੇ ਇਸ ਤਰ੍ਹਾਂ ਹੁੰਦੇ ਹੁੰਦੇ ਕੋਈ ਅਸੀਂ ਆ ਗਏ 1998 1999 ਦੇ ਸਾਲ ਦੇ ਵਿੱਚ ਤੇ ਮੈਨੂੰ ਕੁਝ ਐਸੇ ਭਿਆਨਕ ਸੁਪਨੇ ਆਉਣੇ ਸ਼ੁਰੂ ਹੋਏ ਕਿ ਉਹ ਮੈਨੂੰ ਹਿਲਾ ਕੇ ਰੱਖ ਦਿੰਦੇ ਸੀ। ਕਦੀ ਸਾਰੇ ਬਿਜ਼ਨਸ ਵਗੈਰਾ ਨੂੰ ਘਰ ਨੂੰ ਅੱਗ ਵਗੈਰਾ ਲੱਗ ਜਾਣੀ ਤੇ ਮੈਂ ਜਿਸ ਤਰ੍ਹਾਂ ਕਿ ਸੁਪਨਿਆਂ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਟੈਲੀਫੋਨ ਕਰਦੇ ਆ ਤੇ ਕੋਈ ਵੀ ਨਹੀਂ ਜਵਾਬ ਦਿੰਦਾ ਤੇ ਏਦਾਂ ਦੇ ਹਾਲਾਤ ਦੇ ਵਿੱਚ ਬੜੀ ਪਰੇਸ਼ਾਨੀ ਦੇ ਵਿੱਚ ਹੋਣਾ। ਕਦੀ ਐਸੇ ਹੋਣੇ ਕਿ ਕੋਈ ਆ ਕੇ ਸਾਰਾ ਕੁਝ ਲੁੱਟ ਕੇ ਲੈ ਗਿਆ ਆ ਤੇ ਕੁਝ ਵੀ ਨਹੀਂ ਤੇ ਬੈਠੇ ਅਸੀਂ ਖਾਲੀ ਬੈਠੇ ਰੋ ਰਹੇ ਆ। ਕਦੀ ਇੱਥੋਂ ਤੱਕ ਕਿ ਬਲਾਤਕਾਰੀ ਦੇ ਵਿੱਚ ਵੀ ਐਸੇ ਹਾਲਾਤਾਂ ਦੇ ਵਿੱਚ ਸੁਪਨੇ ਹੁੰਦੇ ਸੀ। ਇਹਨਾਂ ਨੂੰ ਮੈਂ ਜਦ ਐਕਸਪੀਰੀਅੰਸ ਕਰਦੀ ਸੀ ਤੇ ਮੈਂ ਸੋਚਣ ਲੱਗ ਗਈ ਕਿ ਕਿਉਂਕਿ ਮੈਂ ਬਿਜ਼ੀ ਬਹੁਤ ਹਾਂ, ਪਰਮਾਤਮਾ ਦੇ ਵੱਲ ਖਿਆਲ ਨਹੀਂ ਜਾਂਦਾ ਬਹੁਤ, ਇਸ ਕਰਕੇ ਮੈਨੂੰ ਹਲੂਣਾ ਮਿਲ ਰਿਹਾ ਆ। ਤੇ ਮੈਂ ਪਾਠ ਤੇ ਸ਼ੁਰੂ ਤੋਂ ਕਰਦੀ ਹੁੰਦੀ ਸੀ ਕਿਉਂਕਿ ਮੈਨੂੰ ਮੇਰੇ ਪਿਤਾ ਨੇ ਉਹਨਾਂ ਦੀ ਸਿੱਖਿਆ ਦੇ ਦੁਆਰਾ ਮੈਂ ਯਾਦ ਕੀਤੇ ਹੋਏ ਸੀ ਤੇ ਜ਼ਬਾਨੀ ਮੈਂ ਮਤਲਬ ਕਿ ਤੁਰੀ ਫਿਰਦੀ ਨੇ ਕੰਮ ਤੇ ਹੀ ਕਰਨੇ ਸ਼ੁਰੂ ਕਰ ਦਿੱਤੇ ਕਿ ਇਹ ਮੈਂ ਪਿੱਛੇ ਪੈ ਚੁੱਕੀ ਹਾਂ। ਇਸ ਕਰਕੇ ਮੈਨੂੰ ਇਹ ਭਿਆਨਕ ਸੁਪਨੇ ਆ ਰਹੇ ਆ ਕਿ ਪਰਮਾਤਮਾ ਤੋਂ ਦੂਰ ਹੋ ਚੁੱਕੀ ਹਾਂ। ਤੇ ਏਦਾਂ ਕਰਦਿਆਂ ਫਿਰ ਇੱਕ ਦਿਨ ਸੰਡੇ ਦਾ ਦਿਨ ਸੀ ਤੇ ਮੈਂ ਇੱਕ ਪੁਕਾਰ ਜੇ ਨਿਕਲੀ ਮੇਰੇ ਮਨ ਦੇ ਵਿੱਚੋਂ ਕਿ ਕਿੰਨਾ ਬਿਜ਼ੀ ਕਰਕੇ ਰੱਖ ਦਿੱਤਾ ਪ੍ਰਭੂ ਮੈਨੂੰ ਤੁਸੀਂ
ਕਿ ਮੇਰੇ ਕੋਲ ਗੁਰਦੁਆਰੇ ਤੱਕ ਜਾਣ ਦਾ ਟਾਈਮ ਨਹੀਂ ਆ, ਕਿ ਜਿੱਥੇ ਮੈਂ ਹੈ ਆ ਉੱਥੇ ਜੇ ਮੈਂ ਨੇੜੇ ਦੇ ਨੇੜੇ ਵੀ ਗੁਰਦੁਆਰੇ ਜਾਵਾਂ ਤੇ ਮੈਨੂੰ ਕੋਈ ਅੱਧੇ ਕੁ ਦਿਨ ਦੀ ਜ਼ਰੂਰਤ ਆ, ਇੰਨਾ ਟਾਈਮ ਮੇਰੇ ਕੋਲ ਹੈ ਨਹੀਂ। ਕਿੰਨੀ ਚੰਗੀ ਗੱਲ ਹੋਵੇ ਕਿ ਗੁਰਦੁਆਰਾ ਇੱਥੇ ਹੀ ਹੁੰਦਾ ਤੇ ਮੈਂ ਜਾ ਕੇ ਮੱਥਾ ਟੇਕ ਕੇ ਆ ਕੇ ਫੇਰ ਆਪਣੇ ਕੰਮ ਤੇ ਲੱਗ ਜਾਂਦੀ ਤੇ ਬੜੀ ਸੋਹਣੀ ਜ਼ਿੰਦਗੀ ਹੋਣੀ ਸੀ। ਤੇ ਉਸ ਵੇਲੇ ਇੱਕ ਖਿਆਲ ਮਨ ਦੇ ਵਿੱਚ ਆਇਆ ਕਿ ਕੱਲੇ ਪ੍ਰਭੂ ਗੁਰਦੁਆਰੇ ਹੀ ਨਹੀਂ ਹੁੰਦੇ, ਮੈਂ ਕਿਉਂ ਨਹੀਂ ਟੈਲੀਵਿਜ਼ਨ ਲਾ ਕੇ ਤੇ ਉਹਨਾਂ ਦੀ ਜੋ ਮਾਰਨਿੰਗ ਸਰਵਿਸ ਹੁੰਦੀ ਸੀ ਸੰਡੇ BBC 1 ਤੇ ਆਮ ਹਰ ਸੰਡੇ ਆਉਂਦੇ ਹੁੰਦੇ ਸੀ, ਹੁਣ ਤੋਂ ਬਿਲਕੁਲ ਨਹੀਂ ਆਉਂਦੇ, ਪਰ ਉਹਨਾਂ ਦਿਨਾਂ ਦੇ ਵਿੱਚ ਫਿਰ ਮੈਂ ਇਹ ਸੋਚਿਆ ਕਿ ਮੈਂ ਟੈਲੀ ਤੇ ਉਹਨਾਂ ਦੇ ਨਾਲ ਬੈਠਦੀ ਹਾਂ, ਕਿਉਂਕਿ ਉਹ ਵੀ ਤੇ ਰੱਬ ਦੀ ਮੁਨਾਦੀ ਕਰ ਰਹੇ ਆ। ਤੇ ਇਹ ਸੋਚ ਕੇ ਮੈਂ ਟੈਲੀਵਿਜ਼ਨ ਲਾਇਆ, ਟੈਲੀਵਿਜ਼ਨ ਜੋ ਕਿ ਰਾਤ ਜਿੰਨੇ ਵੀ ਦੇਖਿਆ ਸੀ ਮੇਰੇ ਹਸਬੈਂਡ ਨੇ, ਜਿੱਥੇ ਉਹ ਚੈਨਲ ਸੀਗਾ ਉੱਤੇ ਹਿਸਟਰੀ ਚੈਨਲ ਤੇ ਛੱਡਿਆ ਹੋਇਆ ਸੀ, ਤੇ ਉੱਥੇ ਗੋਡ ਚੈਨਲ ਦੇ ਉੱਤੇ ਇੱਕ ਚਾਰਲਸ ਸਟੈਨਲੀ ਦਾ ਬਜ਼ੁਰਗ ਪ੍ਰਚਾਰ ਕਰ ਰਿਹਾ ਸੀ। ਉਹ ਜਿਸ ਤਰ੍ਹਾਂ ਪ੍ਰਚਾਰ ਕਰੀ ਜਾ ਰਿਹਾ ਸੀ, ਉਹ ਪ੍ਰਭੂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਸੋਚਿਆ ਕਿ ਠੀਕ ਆ ਕਿ ਇਹ ਵੀ ਗੱਲਾਂ ਬਾਤਾਂ ਪ੍ਰਭੂ ਦੀਆਂ ਕਰ ਰਹੇ ਆ। ਤੇ ਉਹਨੂੰ ਸੁਣ ਸੁਣ ਕੇ ਫਿਰ ਮੈਨੂੰ ਇਸੇ ਤਰ੍ਹਾਂ ਮਹਿਸੂਸ ਹੋਈ ਜਾਂਦਾ ਸੀਗਾ ਕਿ ਜੋ ਅਸੀਂ ਸਿੱਖੀ ਦੇ ਵਿੱਚ ਆਪਣੀ ਬਾਣੀ ਦੇ ਵਿੱਚ ਪੜ ਰਹੇ ਆ ਉਹੀ ਕੁਛ ਇਹ ਦੱਸ ਰਿਹਾ ਆ। ਤੇ ਇਹ ਕਿੰਨੀ ਅਜੀਬ ਗੱਲ ਆ। ਤੇ ਪਰ ਜਦ ਉਹ ਕਹਿੰਦਾ ਸੀ ਕਿ ਜੀਸਸ ਤੋਂ ਬਗੈਰ ਤੁਸੀਂ ਪ੍ਰਭੂ ਦੇ ਕੋਲ ਨਹੀਂ ਆ ਸਕਦੇ, ਇਸ ਗੱਲ ਦੇ ਵਿੱਚ ਮੇਰਾ ਉਸ ਦੇ ਨਾਲ ਝਗੜਾ ਹੋਣਾ ਸ਼ੁਰੂ ਹੋ ਗਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਬਹੁਤ ਮਹਾਪੁਰਸ਼ ਦੁਨੀਆ ਤੇ ਆਏ ਆ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਾਇਆ, ਤੇ ਇਹ ਗੱਲ ਮੈਨੂੰ ਅੱਛੀ ਨਾ ਲੱਗੀ। ਖੈਰ ਮੈਂ ਐਸੀ ਉਸ ਪ੍ਰੋਗਰਾਮ ਦੇ ਵਿੱਚ ਰੁੱਝ ਗਈ ਕਿ ਮੈਨੂੰ ਏਦਾਂ ਸੀਗਾ ਕਿ ਹਰ ਸੰਡੇ ਆਉਂਦਾ ਤੇ ਮੇਰੀ ਵੇਟ ਨਾ ਹੋਣੀ ਉਸ ਸੰਡੇ ਆਉਣ ਦੀ, ਤੇ ਮੈਂ ਤਾਂ ਕਿ ਉਹਨੂੰ ਮੈਂ ਸੁਣ ਸਕਾਂ। ਤੇ ਉਸਨੇ ਜਿਸ ਤਰ੍ਹਾਂ ਪ੍ਰਾਰਥਨਾਵਾਂ ਕਰਨੀਆਂ ਤੇ ਮੈਂ ਉਹਦੇ ਵਿੱਚ ਸ਼ਾਮਲ ਹੋ ਜਾਣਾ। ਈਵਨ ਜਦ ਉਹ ਕਾਲ ਕਰਦਾ ਸੀਗਾ ਕਿ ਮੇਰੇ ਨਾਲ ਪ੍ਰਾਰਥਨਾ ਕਰੋ, ਤੇ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਜ਼ਦੀਕ ਆਉਣਾ ਚਾਹੁੰਦੇ ਆ, ਤੁਸੀਂ ਯਿਸੂ ਮਸੀਹ ਨੂੰ ਤੁਸੀਂ ਚਾਹੁੰਦੇ ਆ ਕਿ ਮੇਰੀ ਜ਼ਿੰਦਗੀ ਨੂੰ ਬਦਲਾਵੇ, ਤੇ ਮੈਂ ਜੁਆਇਨ ਕਰ ਲੈਣਾ। ਪਰ ਇਹ ਇਰਾਦਾ ਬਿਲਕੁਲ ਨਹੀਂ ਸੀ ਕਿ ਮੈਂ ਕ੍ਰਿਸਚੀਅਨ ਬਣਨ ਲਈ ਇਹ ਕੰਮ ਕਰਨਾ ਹੈ। ਸੋ ਇਸ ਤਰ੍ਹਾਂ ਮੈਂ ਹੌਲੀ ਹੌਲੀ ਕਰਦੀ, ਉਹਨੂੰ ਸੁਣਦੀ, ਤੇ ਟੈਲੀਵਿਜ਼ਨ ਖਰਾਬ ਹੋ ਗਿਆ। ਤੇ ਮੈਂ ਪ੍ਰਭੂ ਦੇ ਅੱਗੇ ਕਿਹਾ ਕਿ ਦੇਖੋ ਇਹ ਕੀ ਗੱਲ ਕੀਤੀ ਵੀ ਮੈਂ ਇਹ ਕਿੰਨਾ ਸੁਣਦੀ ਸੀ ਦਿਲਚਸਪੀ ਦੇ ਨਾਲ, ਹੁਣ ਟੀਵੀ ਖਰਾਬ ਕਰ ਦਿੱਤਾ। ਚਲੋ ਘਰਦਿਆਂ ਨੇ ਨਵਾਂ ਟੈਲੀਵਿਜ਼ਨ ਲੈ ਲਾ, ਉਹਨਾਂ ਨੇ ਐਸੀ ਮਤਲਬ ਕਿ ਕੋਈ ਪੈਕੇਜ ਲਿਆ ਜਿਸ ਦੇ ਵਿੱਚ ਇਹ 24 ਆਵਰ ਗੋਡ ਚੈਨਲ ਦੇ ਪ੍ਰੋਗਰਾਮ ਆ ਰਹੇ ਸੀ। ਤੇ ਮੇਰੀ ਤੇ ਮੌਜ ਲੱਗ ਗਈ। ਮੈਂ ਸਾਰਾ ਦਿਨ ਜਦੋਂ ਵੀ ਮੇਰੀ ਕੋਈ ਬ੍ਰੇਕ ਹੋਣੀ ਤੇ ਮੈਂ ਉਹੀ ਪ੍ਰੋਗਰਾਮ ਇਹਨਾਂ ਦੇ ਵਿੱਚ ਖਾਸ ਜਿਹੜੇ ਪ੍ਰਚਾਰਕ ਆਉਂਦੇ ਸੀ ਉਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਮੇਰਾ ਕੋਈ ਖਿਆਲ ਨਹੀਂ ਸੀ ਕਿ ਮੈਂ ਜੀਸਸ ਕ੍ਰਾਈਸਟ ਦੇ ਨੂੰ ਆਪਣਾ ਮਤਲਬ ਕਿ ਮੁਕਤੀ ਦਾਤਾ ਸਮਝਿਆ ਹੈ। ਪ੍ਰਾਰਥਨਾ ਜ਼ਰੂਰ ਕਰ ਲੈਣੀ, ਲੇਕਿਨ ਇਹ ਖਿਆਲ ਕੋਈ ਨਹੀਂ ਸੀ ਕਿ ਮੈਂ ਪ੍ਰਭੂ ਦੇ ਕੋਲ ਆਉਣਾ ਆ। ਤੇ ਆਪਣਾ ਜੋ ਮੇਰਾ ਬੰਦਗੀ ਦਾ ਦੀ ਜੋ ਮੈਂ ਜਾਣਦੀ ਹੋਈ ਸੀ ਕਿ ਪਾਠ ਵਗੈਰਾ ਕਰਨ ਦੇ ਨਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਜਿਹੜੀ ਆ ਉਹਨੂੰ ਮੁਕਤੀ ਮਿਲਦੀ ਆ। ਸੋ ਉਹ ਮੈਂ ਸਾਰੇ ਜਿਸ ਤਰ੍ਹਾਂ ਕਹਿੰਦੇ ਆ ਕਿ 5 ਬਾਣੀਆਂ ਦੇ ਪਾਠ ਹੋਣੇ ਚਾਹੀਦੇ ਆ, ਇਹ ਮੈਂ ਕਰਨੇ ਸ਼ੁਰੂ ਕਰ ਦਿੱਤੇ। ਤੇ ਕੀਤੇ ਵੀ ਇਸ ਤਰ੍ਹਾਂ ਕਿ ਮੈਂ 12 ਵਜੇ ਤੱਕ ਵੇਟ ਕਰਨੀ, ਤੇ ਜਦੋਂ ਕਿਹਾ ਜਾਂਦਾ ਹੈ ਕਿ 12 ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਆ, ਤੇ ਮੈਂ ਉਸ ਮੁਤਾਬਕ
ਉਹ ਪਾਠ ਕਰਨੇ ਸ਼ੁਰੂ ਕਰ ਲੈਣੇ ਕਿ ਮੈਂ ਅੰਮ੍ਰਿਤ ਵੇਲੇ ਦੇ ਵਿੱਚ ਹਾਜ਼ਰ ਹੋ ਗਈ ਹਾਂ। ਤੇ ਇਸ ਤਰ੍ਹਾਂ ਮੈਂ ਕਰਦੀ ਕਰਦੀ ਕਾਫੀ ਦੇਰ ਕਰਦੀ ਰਹੀ। ਤੇ ਫਿਰ ਜਦੋਂ ਮੇਰੀ ਫੈਮਿਲੀ ਨੂੰ ਪਤਾ ਲੱਗਾ ਕਿ ਇਹ ਬਹੁਤ ਰੁੱਝੀ ਜਾ ਰਹੀ ਆ ਇਸ ਜਾਣੀ ਕਿ ਕ੍ਰਿਸਚੀਅਨਿਟੀ ਦੇ ਵਿੱਚ, ਤੇ ਮੇਰੀ ਡਾਟਰ ਨੇ ਕਿਹਾ ਕਿ ਮੈਂ ਰੋਮ ਨੂੰ ਜਾਣਾ ਆ ਤੇ ਮੇਰੇ ਨਾਲ ਤੂੰ ਆ ਜਾ, ਤੂੰ ਲਾਈਕ ਕਰੇਂਗੀ ਬਿਕੋਜ਼ ਉੱਥੇ ਬਹੁਤ ਚਰਚਿਸ ਆ, ਤੈਨੂੰ ਚਾਂਸ ਮਿਲੂਗਾ ਜਾਣ ਦਾ ਚਰਚ ਨੂੰ। ਤੇ ਉੱਥੇ ਮੈਨੂੰ ਕਾਫੀ ਮਤਲਬ ਕਿ ਤੁਰਨ ਫਿਰਨ ਦਾ ਮੌਕਾ ਲੱਗਾ। ਤੇ ਮੇਰੀ ਡਾਟਰ ਕਹਿੰਦੀ ਕਿ ਤੂੰ ਹੁਣ ਜਦ ਵਾਪਸ ਜਾਣਾ ਆ ਤੇ ਤੂੰ ਜ਼ਰੂਰ ਜਾਣੀ ਕਿ ਤੁਰਨੋਂ ਨਹੀਂ ਹਟਣਾ, ਵੋਕ ਕਰਨਾ ਜ਼ਰੂਰ ਕਰਨੀ ਆ। ਹੁਣ ਤੇ ਤੁਸੀਂ ਯੂਜ਼ਡ ਹੋ ਗਏ ਆ, ਇੰਨੇ ਦਿਨ ਜਿੰਨਾ ਅਸੀਂ ਤੁਰੇ ਫਿਰਦੇ ਰਹੇ ਆ। ਤੇ ਮੈਂ ਜਦੋਂ ਫਿਰ ਵਾਪਸ ਆਈ ਰੋਮ ਦੇ ਵਿੱਚੋਂ ਤੇ ਮੈਂ ਵੋਕ ਕਰਨ ਚੱਲ ਗਈ। ਜਦੋਂ ਮੇਰੀ ਬ੍ਰੇਕ ਹੋਈ, ਉਸ ਜਿਹੜਾ ਪ੍ਰੋਗਰਾਮ ਮੈਂ ਸੁਣਨਾ ਸੀ ਉਹ ਅਜੇ ਆਉਣਾ ਨਹੀਂ ਸੀ, ਤੇ ਮੈਂ ਸੋਚਿਆ ਕਿ ਉਹਦੇ ਤੋਂ ਆਉਣ ਤੋਂ ਪਹਿਲਾਂ ਮੈਂ ਵੋਕ ਕਰਨ ਜਾ ਆਉਂਦੀ ਆ। ਵੋਕ ਕਰਦੀ ਕਰਦੀ ਇੱਕ ਚਰਚ ਦੇ ਸਾਹਮਣੇ ਉਹਦੀ ਲੰਘੀ, ਤੇ ਉਸ ਚਰਚ ਦੇ ਵਿੱਚ ਦੀ ਮੈਂ ਕਿਹਾ ਮੈਂ ਜਾ ਕੇ ਤੇ ਇੱਕ ਪਾਸਿਓਂ ਅੰਦਰ ਜਾ ਕੇ ਗਰਾਊਂਡ ਦੇ ਵਿੱਚ ਦੀ ਆ ਕੇ ਤੇ ਬਾਹਰ ਆ ਜਾਊਗੀ। ਉੱਥੇ ਉਹ ਖੜਾ ਸੀ, ਉਹਨਾਂ ਦਾ ਪਾਦਰੀ ਦਰਵਾਜ਼ੇ ਵਿੱਚ ਖੜਾ ਸੀ, ਕਹਿੰਦਾ ਕਿ ਅੰਦਰ ਆ ਜਾਓ। ਮੈਂ ਕਿਹਾ ਨਹੀਂ, ਮੈਂ ਵੋਕ ਕਰਨ ਆਈ ਸੀ, ਮੈਂ ਅੰਦਰ ਆਉਣ ਵਾਸਤੇ ਨਹੀਂ ਆਈ। ਕਹਿੰਦਾ ਨਹੀਂ, ਅਸੀਂ ਸਰਵਿਸ ਸ਼ੁਰੂ ਕਰਨ ਲੱਗੇ ਆ ਤੇ ਤੁਸੀਂ ਜ਼ਰੂਰ ਅੰਦਰ ਆਓ, ਥੋੜਾ ਚਿਰ ਬੈਠੋ, ਬੇਸ਼ੱਕ ਜਦੋਂ ਤੁਹਾਡੀ ਰੂਹ ਕੀਤੀ ਤੇ ਤੁਸੀਂ ਉੱਠ ਕੇ ਚਲੇ ਜਾਇਓ। ਤੇ ਉਹਨਾਂ ਨੇ ਜਿਹੜੇ ਸਾਈਡ ਪਰਸਨ ਸੀਗੇ ਉਹਨਾਂ ਨੂੰ ਦੱਸ ਦਿੱਤਾ ਕਿ ਇਹਦੀ ਜੋ ਕੁਛ ਇਹਨੂੰ ਹਿਮ ਬੁੱਕਸ ਵਗੈਰਾ ਆ ਉਹ ਦੇ ਦਿਓ, ਤੇ ਇਹਨੂੰ ਥੋੜਾ ਦੱਸੋ ਕਿ ਤੁਸੀਂ ਕੀ ਕਰਨਾ ਆ ਹੁਣ। ਤੇ ਮੈਂ ਸੋਚਿਆ ਕਿ ਠੀਕ ਆ, ਕੋਈ ਨਹੀਂ, ਇੰਨਾ ਮੈਨੂੰ ਜ਼ੋਰ ਲਗਾ ਰਿਹਾ ਆ, ਮੈਂ ਬੈਠ ਜਾਂਦੀ ਹਾਂ। ਜਦੋਂ ਮੇਰਾ ਉਹ ਟਾਈਮ ਹੋ ਗਿਆ ਪ੍ਰੋਗਰਾਮ ਦਾ, ਮੈਂ ਉੱਠ ਕੇ ਚਲੀ ਜਾਊਂਗੀ। ਤੇ ਉਸ ਵੇਲੇ ਫਿਰ ਜਦੋਂ ਮੈਂ ਘੜੀ ਦੇਖਣ ਲੱਗੀ ਕਿ ਮੇਰਾ ਟਾਈਮ ਹੋ ਗਿਆ ਆ ਤੇ ਮੈਂ ਉੱਠਣ ਦੀ ਕੋਸ਼ਿਸ਼ ਕਰਾਂ ਤੇ ਮੈਨੂੰ ਉੱਠਣ ਦਾ ਹੌਸਲਾ ਨਹੀਂ ਹੋਇਆ। ਮੈਨੂੰ ਇਹ ਆਇਆ ਹੀ ਗੱਲ ਕਿ ਕੀ ਚੰਗਾ ਆ ਮੇਰੇ ਨਾਲ, ਜਿਹੜੇ ਮੇਰੇ ਬੰਦੇ ਆ ਉਹਨਾਂ ਦੇ ਨਾਲ ਬੈਠ ਕੇ ਸਮਾਂ ਗੁਜ਼ਾਰਨ ਦਾ, ਜਾਂ ਜਿਹੜਾ ਕੋਈ ਟੈਲੀਵਿਜ਼ਨ ਤੇ ਮੇਰੇ ਬਾਰੇ ਦੱਸ ਰਿਹਾ ਆ ਉਹਨੂੰ ਸੁਣਨਾ ਜ਼ਿਆਦਾ ਜ਼ਰੂਰੀ ਆ। ਤੇ ਮੈਂ ਇਹ ਸੋਚ ਕੇ ਬੈਠੀ ਰਹੀ ਇੱਥੋਂ ਤੱਕ ਕਿ ਉੱਥੋਂ ਉਹਨਾਂ ਦੀ ਜਦੋਂ ਸਾਰੀ ਸਰਵਿਸ ਖਤਮ ਹੋ ਗਈ ਤੇ ਮੈਂ ਬਲੈਸਿੰਗ ਲੈਣ ਨੂੰ ਵੀ ਅੱਗੇ ਗਈ ਆਲਟਰ ਤੇ। ਉਸ ਵੇਲੇ ਜਿਹੜੀ ਬਲੈਸਿੰਗ ਮੈਨੂੰ ਮਿਲੀ, ਉਸ ਵੇਲੇ ਉਸ ਦਾ ਮੈਨੂੰ ਬਹੁਤ ਆਨੰਦ ਆਇਆ ਕਿ ਹਾਂ ਅੱਛਾ ਲੱਗਦਾ। ਤੇ ਮੈਂ ਸਾਰੇ ਹਫਤੇ ਦੇ ਵਿੱਚ ਐਕਸਕਿਊਜ਼ਸ ਬਣਾਉਣੇ ਕਿ ਨਹੀਂ ਮੈਂ ਮੁੜ ਕੇ ਉੱਥੇ ਜਾਣਾ ਨਹੀਂ, ਪਰ ਜਦੋਂ ਟਾਈਮ ਆਉਣਾ ਮੈਂ ਉੱਥੇ ਪਹੁੰਚ ਜਾਣਾ। ਏਦਾਂ ਕਰਦੇ ਕਰਦੇ ਮੈਨੂੰ ਜਿਹੜੇ ਪਾਦਰੀ ਸੀਗਾ ਉਹ ਫਿਰ ਕਹਿੰਦਾ ਕਿ ਮੈਂ ਤੈਨੂੰ ਘਰ ਆ ਕੇ ਦੇਖ ਸਕਦਾ। ਮੈਂ ਕਿਹਾ ਹਾਂ ਜ਼ਰੂਰ ਆਓ। ਤੇ ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ, ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ। ਮੈਂ ਗੁਰੂਆਂ ਦਾ ਉਹਨਾਂ ਨੂੰ ਦੱਸ ਕੇ ਤੇ ਸਮਾਂ ਕੱਢ ਦੇਣਾ ਤੇ ਸਾਡੇ ਗੁਰੂ ਏਦਾਂ ਸੀ, ਮੈਂ ਧਰਮ ਵਾਸਤੇ ਉੱਥੇ ਨਹੀਂ ਜਾਂਦੀ ਤੁਹਾਡੀ ਚਰਚ ਦੇ ਵਿੱਚ, ਮੈਂ ਤੇ ਪਰਮਾਤਮਾ ਦੇ ਨਾਲ ਜੁੜਨ ਜਾਂਦੀ ਹਾਂ। ਉਹ ਕਹਿੰਦਾ ਨਹੀਂ ਰਾਣੀ, ਮੈਂ ਤੈਨੂੰ ਚੇਂਜ ਕਰਨ ਨਹੀਂ ਆਇਆ, ਮੈਂ ਤੇ ਸਿਰਫ ਤੈਨੂੰ ਤੇਰੀ ਜਾਣਕਾਰੀ ਕਰਨ ਆਇਆ ਕਿ ਤੈਨੂੰ ਮਤਲਬ ਕਿ ਤੇਰੇ ਇੰਟਰਸਟ ਵਗੈਰਾ ਮੈਂ ਤੈਨੂੰ ਚੇਂਜ ਕਰਨ ਵਾਸਤੇ ਤੈਨੂੰ ਨਹੀਂ ਮਿਲਣਾ ਆਉਂਦਾ। ਤੇ ਹੌਲੀ ਹੌਲੀ ਉਹਨਾਂ ਨੇ ਇੱਕ ਐਕਸਪਲੋਰਿੰਗ ਕ੍ਰਿਸਚੀਅਨਿਟੀ ਦਾ ਕੋਰਸ ਕਰਨਾ ਸੀ ਤੇ ਮੈਨੂੰ ਕਹਿੰਦਾ ਕਿ ਤੂੰ ਹੋਰ ਵੀ ਵਧੇਰੇ ਇਹਦੇ ਵਿੱਚ ਜਾਣਕਾਰੀ ਪਾਉਂਗੀ ਤੇ ਤੂੰ ਜੁਆਇਨ ਕਰ ਲਾ, ਕਿਉਂਕਿ ਤੂੰ ਆਉਣੀ ਆ ਚਰਚ ਵਿੱਚ, ਤੈਨੂੰ ਹੋਰ ਵੀ ਵਧੇਰੇ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਅਸੀਂ ਕੀ ਕਰਦੇ ਤੇ ਕਾਹਤੇ ਕਰਦੇ ਹਾਂ। ਸੋ ਮੈਂ ਜਾਣਾ ਸ਼ੁਰੂ ਕਰ ਦਿੱਤਾ। ਹਫਤੇ ਦੇ ਵਿੱਚ ਇੱਕ ਵਾਰੀ ਉਹ ਲਗਾਉਂਦੇ ਸੀ ਕਲਾਸਿਸ।
ਤੇ ਫਿਰ ਉਹਨੇ ਮੇਰੇ ਅੱਗੇ ਸਵਾਲ ਕੀਤਾ ਕਿ ਅਸੀਂ ਕਨਫਰਮੇਸ਼ਨ ਦੀ ਕਲਾਸ ਵਾਸਤੇ ਕਲਾਸਿਸ ਲਗਾਈਆਂ ਹੋਈਆਂ ਸੀ ਤੇ ਤੂੰ ਕਨਫਰਮ ਹੋਣਾ ਆ। ਤੇ ਮੈਂ ਕਿਹਾ ਕਿ ਮੈਨੂੰ ਮੈਂ ਤੇ ਨਹੀਂ, ਸਿਰਫ ਮੈਂ ਉਦਾਂ ਹੀ ਆਉਂਦੀ ਸੀਗੀ ਤੇ ਮੈਨੂੰ ਤਾਂ ਪਤਾ ਨਹੀਂ। ਤੇ ਉਹ ਕਹਿੰਦਾ ਕਿ ਮੈਂ ਆਉਂਗਾ ਤੈਨੂੰ ਦੇਖਣ। ਉਹਨੇ ਜਦ ਆ ਕੇ ਫਿਰ ਸਮਝਾਇਆ ਤੇ ਮੈਂ ਕਿਹਾ ਕਿ ਨਹੀਂ, ਮੈਂ ਨਹੀਂ, ਮੈਨੂੰ ਤੇ ਏਦਾਂ ਲੱਗਦਾ ਆ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਇੱਕ ਜਾਣੀ ਕਿ ਬਾਂਹ ਵੱਢ ਕੇ ਤੇ ਇੱਕ ਰੱਖ ਲਾ। ਮੈਂ ਨਹੀਂ ਪਹਿਲੇ ਆਪਣਿਆਂ ਨੂੰ ਭੁੱਲ ਸਕਦੀ, ਮੈਂ ਇਹ ਕੰਮ ਨਹੀਂ ਕਰ ਸਕਦੀ। ਤੇ ਫਿਰ ਉਹ ਕਹਿੰਦਾ ਨਹੀਂ, ਮੈਂ ਤੈਨੂੰ ਮਜਬੂਰ ਨਹੀਂ ਕਰਦਾ, ਮੈਂ ਤਾਂ ਸਿਰਫ ਪੁੱਛਦਾ ਸੀਗਾ ਕਿ ਜੇ ਤੇਰੀ ਖਾਸ਼ ਹੋਵੇ ਤੇ ਮੈਂ ਉੱਥੇ ਤੇਰਾ ਨਾਮ ਦੇ ਸਕਦਾ ਆ, ਜਿੱਥੇ ਕਨਫਰਮ ਕਰਨਾ ਉਹਨਾਂ ਨੇ ਬਾਕੀਆਂ ਨੂੰ ਜਿਹੜੇ ਕਲਾਸ ਵਿੱਚ ਸੀਗੇ। ਤੇ ਉਹਨੂੰ ਇਹ ਜਵਾਬ ਦੇ ਕੇ ਤੋੜ ਦਿੱਤਾ। ਤੇ ਫਿਰ ਅਸੀਂ ਜਦੋਂ ਰੋਮ ਸੀਗੇ ਤੇ ਉੱਥੋਂ ਹੈਂਡ ਬੁੱਕਸ ਲਈਆਂ ਹੋਈਆਂ ਸੀਗੀਆਂ ਜਿਹਦੇ ਵਿੱਚ ਸੈਂਟ ਪੀਟਰਸ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਸੀ। ਤੇ ਮੈਂ ਉਹ ਦੇਖ ਕੇ ਪੜ੍ਹਨ ਲੱਗੀ ਤੇ ਉੱਥੇ 1469 ਦੀ ਕੋਈ ਤੇ ਇਹ ਤੋਂ ਪਹਿਲੀਆਂ ਡੇਟਸ ਸੀਗੀਆਂ ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਇਸ ਤਰ੍ਹਾਂ ਇਹ ਚਰਚ ਮਤਲਬ ਕਿ ਬਣੀ ਤੇ ਕਿਸ ਤਰ੍ਹਾਂ ਕਿੰਨੀ ਵਾਰੀ ਇਹਨਾਂ ਨੇ ਰੀਬਿਲਡ ਕੀਤਾ ਉੱਤੇ ਦੇ ਉੱਤੇ। ਤੇ ਸੈਂਟ ਪੀਟਰਸ ਦੀ ਜਾਣੀ ਕਿ ਕਬਰ ਦੇ ਉੱਤੇ ਬਣਾਈ ਗਈ ਹੈ ਸਾਰੀ ਇਹ ਐਡੀ ਵੱਡੀ। ਤੇ ਅੱਜ ਜੋ ਕੁਛ ਆ ਇਹ ਉਸੇ ਕਬਰ ਦੇ ਉੱਤੇ ਉਸਾਰਿਆ ਗਿਆ। ਤੇ ਉਸ ਵੇਲੇ ਮੈਨੂੰ ਇਹ ਖਿਆਲ ਦਿੱਤਾ ਪ੍ਰਭੂ ਨੇ ਕਿ ਤੇਰੇ ਗੁਰੂ ਅਜੇ ਧਰਤੀ ਤੇ ਆਇਆ ਨਹੀਂ ਸੀ, ਜਿਸ ਨੂੰ ਤੂੰ ਆਪਣਾ ਗੁਰੂ ਕਹਿੰਦੀ ਆ, ਉਹ ਅਜੇ ਇਸ ਧਰਤੀ ਤੇ ਆਇਆ ਨਹੀਂ ਸੀ। ਤੇ ਦੇਖ ਮੇਰੀ ਚਰਚ ਉਸ ਵੇਲੇ ਰੈਡੀ ਸੀ। ਤੇ ਹੁਣ ਜਦੋਂ ਫਿਰ ਇਹ ਖਿਆਲ ਆਇਆ ਕਿ ਮੇਰੇ ਮਨ ਦੇ ਵਿੱਚ ਹੋਰ ਵੀ ਜਾਣੀ ਕਿ ਐਸਾ ਮਹਿਸੂਸ ਹੋਣ ਲੱਗਾ ਕਿ ਮੈਨੂੰ ਕੁਝ ਸੋਚਣ ਦੀ ਜ਼ਰੂਰਤ ਆ। ਤੇ ਜਿਹੜੀ ਬਾਣੀ ਸੀ ਸਾਡੀ ਉਹਦੇ ਵਿੱਚ ਵੀ ਮੈਨੂੰ ਇਹ ਮਿਲਣਾ ਸ਼ੁਰੂ ਹੋ ਗਿਆ ਕਿ ਇਸੇ ਬਾਰੇ ਹੀ ਦੱਸ ਹੋ ਰਿਹਾ ਆ, ਜੀਸਸ ਕ੍ਰਾਈਸਟ ਬਾਰੇ ਹੀ ਸਾਨੂੰ ਦੱਸ ਹੋ ਰਿਹਾ। ਕਿਉਂਕਿ ਜਿਹੜਾ ਸਾਡਾ ਮੂਲ ਮੰਤਰ ਆ ਉਹਦੇ ਵਿੱਚ ਇੱਕ ਕੰਡੀਸ਼ਨ ਲਗਾਈ ਗਈ ਆ ਕਿ ਗੁਰ ਤੋਂ ਬਗੈਰ ਤੁਸੀਂ ਗੱਤ ਨਹੀਂ ਪਾ ਸਕਦੇ। ਤੇ ਉਹਦੇ ਵਿੱਚ ਲਿਖਿਆ ਹੋਇਆ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਇਹ ਜੋ ਸਾਡਾ ਮੂਲ ਮੰਤਰ ਸੀ ਇਹਦੇ ਵਿੱਚ ਜੋ ਲਾਈਨਾਂ ਆ ਉਹ ਸਾਡੀਆਂ ਲਾਈਨਾਂ ਬਾਣੀ ਦੀਆਂ ਜੋ ਕਿ ਸਾਨੂੰ ਬਾਈਬਲ ਦੇ ਵਿੱਚ ਵੀ ਮਿਲਦੀਆਂ ਆ। ਤੇ ਬਾਈਬਲ ਦੇ ਵਿੱਚ ਜਦੋਂ ਪ੍ਰਭੂ ਕਹਿੰਦੇ ਆ ਸਪੈਸ਼ਲੀ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜੋ ਆਦ ਵਿੱਚ ਸੀ ਤੇ ਹੁਣ ਵੀ ਆ ਤੇ ਆਉਣ ਵਾਲਾ ਵੀ ਆ, ਉਹ ਤੈਨੂੰ ਇਹ ਕਹਿੰਦਾ ਆ। ਤੇ ਇਹ ਥੋੜਾ ਥੋੜਾ ਫਿਰ ਨਿਸ਼ਾਨੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਤੇ ਫਿਰ ਐਸੀਆਂ ਗੱਲਾਂ ਕਿ ਉਸ ਤੋਂ ਬਗੈਰ ਗੱਤ ਨਹੀਂ। ਉਹ ਜੋ ਬਾਣੀ ਪੜ੍ਹਦੀ ਸੀ ਉਹ ਬਾਣੀ ਮੇਰੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ। ਬਾਣੀ ਨੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਦੇ ਵਾਸਤੇ ਤੈਨੂੰ ਇਹ ਬਾਣੀ ਦਿੱਤੀ ਗਈ ਆ ਕਿ ਇਸ ਦੀ ਤੈਨੂੰ ਜ਼ਰੂਰਤ ਆ। ਫਿਰ ਜਦੋਂ ਮੈਂ ਪੜ੍ਹਨਾ ਤੇ ਉਸ ਵੇਲੇ ਮੇਰੇ ਦਿਮਾਗ ਦੇ ਵਿੱਚ ਆਪਣੇ ਖਿਆਲ ਜਾਂ ਮਤਲਬ ਕਿ ਏਦਾਂ ਲੱਗਣਾ ਜਿਸ ਤਰ੍ਹਾਂ ਮੇਰੇ ਨਾਲ ਹੋਰ ਕੋਈ ਗੱਲਬਾਤ ਕਰ ਰਿਹਾ ਨਾਲ ਮੇਰੇ। ਜਦੋਂ ਮੈਂ ਇਹ ਪੜ੍ਹਨਾ ਤੇ ਉਸ ਵੇਲੇ ਮੈਨੂੰ ਇਹ ਸਵਾਲ ਹੋਣੇ ਸ਼ੁਰੂ ਹੋ ਗਏ ਕਿ ਗੁਰੂ ਦੀ ਗੱਲ ਤੋਂ ਤੂੰ ਮੰਨ ਨਹੀਂ ਰਹੀ ਤੇ ਉਸ ਨੂੰ ਕਹਿੰਦੀ ਆ ਕਿ ਉਹ ਤੇਰਾ ਗੁਰੂ ਆ। ਉਹ ਤੈਨੂੰ ਕਹਿ ਰਿਹਾ ਕਿ ਮੈਂ ਹੀ ਆ, ਮੈਂ ਹੀ ਸੀ, ਮੈਂ ਹੀ ਹੋਣਾ ਆ ਤੇ ਮੈਂ ਹੀ ਹਾਂ। ਤੇ ਤੂੰ ਕਹਿੰਦੀ ਆ ਕਿ ਅਸੀਂ ਦੋ ਆ। ਉਹ ਤੈਨੂੰ ਕਹਿੰਦਾ ਆ ਮੈਂ ਇੱਕ ਆ। ਤੇਰਾ ਗੁਰੂ ਕਹਿੰਦਾ ਆ ਕਿ ਉਹ ਇੱਕ ਆ। ਫਿਰ ਤੂੰ ਦੋ ਕਿੱਥੋਂ ਬਣਾਏ ਫਿਰਦੇ ਆ? ਤੇ ਜਦ ਤੂੰ ਗੁਰੂ ਦੀ ਗੱਲ ਮੰਨ ਹੀ ਨਹੀਂ ਰਹੀ ਤੇ ਤੂੰ ਉਹਦੀ ਸਿੱਖ ਕਿੱਦਾਂ ਬਣੀ ਆ? ਇਹ ਸਵਾਲ ਮੇਰੇ ਉੱਤੇ ਉੱਠਣੇ ਸ਼ੁਰੂ ਹੋ ਗਏ। ਤੇ
ਇਹਨਾਂ ਸਵਾਲਾਂ ਨੇ ਮੈਨੂੰ ਤੇ ਝੰਜੋੜਿਆ ਹੋਇਆ ਸੀ। ਤੇ ਇਸ ਕਰਕੇ ਹੁਣ ਜਦੋਂ ਇਹ ਆ ਗਿਆ ਕਿ ਅਜੇ ਤੇਰੇ ਗੁਰੂ ਹੋਏ ਵੀ ਨਹੀਂ ਸੀ, ਮੇਰੀ ਚਰਚ ਰੈਡੀ ਸੀ, ਫਿਰ ਮੈਂ ਤੇ ਟੈਲੀਫੋਨ ਕਰ ਦਿੱਤਾ। ਦੂਜੀ ਗੱਲ ਇਹ ਸੀਗੀ ਕਿ ਮੈਂ ਉਹਨਾਂ ਖਿਆਲਾਂ ਦੇ ਵਿੱਚ ਜਦੋਂ ਤੁਰੀ ਫਿਰਦੀ ਸੀ ਤੇ ਕੱਪੜੇ ਪਾ ਰਹੀ ਸੀ ਬਾਹਰ ਸੁੱਕਣੇ, ਇਹ ਸਵਾਲ ਜਿਹੜੇ ਮੇਰੇ ਅੱਗੇ ਬਹੁਤ ਆ ਰਹੇ ਸੀਗੇ। ਤੇ ਐਸਾ ਸਵਾਲ ਆਇਆ ਕਿ ਜਿੱਦਾਂ ਪ੍ਰਭੂ ਯਿਸੂ ਮਸੀਹ ਕਹਿ ਰਹੇ ਆ ਕਿ ਤੂੰ ਸਮਝਦੇ ਹੈ ਕਿ ਮੈਂ ਜੋ ਕਹਿਣਾ ਆ ਮੈਂ ਹਾਂ। ਤੇ ਮੈਂ ਕਿਹਾ ਹੋਰ ਮੈਂ ਕਹਿੰਦੀ ਆ ਕਿ ਜੋ ਤੁਸੀਂ ਕਹਿੰਦੇ ਆ ਉਹ ਹੈ ਆ। ਮੈਂ ਤਾਂ ਕੋਠੇ ਤੇ ਚੜ ਕੇ ਤਿਆਰ ਆ ਕਹਿਣ ਨੂੰ ਕਿ ਤੁਸੀਂ ਜੋ ਕਹਿੰਦੇ ਤੁਸੀਂ ਹੈ ਆ। ਤੇ ਫਿਰ ਮੇਰੇ ਦਿਮਾਗ ਦੇ ਵਿੱਚ ਐਸੀ ਗੱਲ ਪਾਈ ਕਿ ਫਿਰ ਇਹ ਸੋਚਾਂ ਤੇ ਇਹ ਝੰਜੋੜਾ ਇਹ ਕਾਹਦਾ ਲੱਗਾ ਹੋਇਆ ਆ। ਜੇ ਤੂੰ ਕੋਠੇ ਤੇ ਚੜ ਕੇ ਕਹਿ ਸਕਦੀ ਆ ਤੇ ਕੁਝ ਬੰਦਿਆਂ ਦੇ ਸਾਹਮਣੇ ਮੇਰੀ ਚਰਚ ਦੇ ਵਿੱਚ ਤੂੰ ਇਹ ਕਹਿ ਸਕਦੀ ਆ ਤੇ ਮੈਂ ਤੈਨੂੰ ਤੇਰੇ ਚ ਵਿਸ਼ਵਾਸ ਰੱਖਦੀ ਹਾਂ। ਇਹ ਸੁਣ ਕੇ ਮਤਲਬ ਕਿ ਬਾਤਚੀਤ ਪ੍ਰਭੂ ਜੀ ਦੇ ਨਾਲ ਤੇ ਮੈਂ ਦੱਸ ਦਿੱਤਾ। ਮੇਰੀ ਭਤੀਜੀ ਮੇਰੇ ਨਾਲ ਕੰਮ ਕਰਦੀ ਸੀ। ਮੈਂ ਕਿਹਾ ਕਿ ਅਗਰ ਜੇ ਮੈਂ ਹੁਣ ਤੈਨੂੰ ਕਿਹਾ ਨਾ ਕਿ ਮੈਂ ਨਹੀਂ ਕਰਨਾ ਤੇ ਤੂੰ ਮੈਨੂੰ ਯਾਦ ਕਰਾਉਣਾ ਆ ਕਿ ਮੈਂ ਜੀਸਸ ਨੂੰ ਹਾਂ ਕਰ ਦਿੱਤੀ ਹੈ। ਤੇ ਮੈਂ ਆਪਣੇ ਪਾਦਰੀ ਨੂੰ ਟੈਲੀਫੋਨ ਕਰ ਦਿੱਤਾ। ਇਹ ਸਾਰਾ ਕੁਝ ਹੋਇਆ ਸਿਰਫ ਦਿਨਾਂ ਦੇ ਵਿੱਚ ਹੀ, ਜਦ ਕਿ ਉਹ ਪੁੱਛ ਰਹੇ ਸੀ ਮੈਨੂੰ ਕਿ ਤੂੰ ਕਨਫਰਮ ਹੋਣਾ ਚਾਹੁੰਦੀ ਹੈ। ਤੇ ਮੈਂ ਉਹਨਾਂ ਨੂੰ ਜਦੋਂ ਟੈਲੀਫੋਨ ਕੀਤਾ, ਉਹਨਾਂ ਨੇ ਫਿਰ ਉੱਥੇ ਟੈਲੀਫੋਨ ਕੀਤਾ ਜਿੱਥੇ ਉਹਨਾਂ ਨੇ ਕਨਫਰਮ ਕਰਨਾ ਸੀ। ਉਹ ਕਹਿੰਦੇ ਉਹਨਾਂ ਨੇ ਸਵਾਲ ਕੀਤਾ ਕਿ ਕੀ ਇਹ ਲੇਡੀ ਬੈਪਟਾਈਜ਼ ਆ। ਤੇ ਉਹਨੇ ਫਿਰ ਮੈਨੂੰ ਟੈਲੀਫੋਨ ਕੀਤਾ ਕਿ ਰਾਣੀ ਉਹ ਕਹਿੰਦੇ ਆ ਕਿ ਅਸੀਂ ਜਿੰਨਾ ਚਿਰ ਤੁਸੀਂ ਬੈਪਟਾਈਜ਼ ਨਹੀਂ ਜੇ ਤੂੰ ਬੈਪਟਾਈਜ਼ ਆ। ਮੈਂ ਕਿਹਾ ਨਹੀਂ ਮੈਂ ਨਹੀਂ ਬੈਪਟਿਜ਼ਮ ਕੋਈ ਵੀ ਕੀਤੀ ਹੋਈ। ਤੇ ਉਹ ਕਹਿੰਦੇ ਕਿ ਫਿਰ ਉਹ ਲੇਡੀ ਕਹਿੰਦੀ ਆ ਜਿੱਥੇ ਜਿਹੜੀ ਚਰਚ ਵਿੱਚ ਕਨਫਰਮੇਸ਼ਨ ਹੋਣੀ ਸੀ ਕਿ ਨਹੀਂ ਅਸੀਂ ਫਿਰ ਕਨਫਰਮ ਨਹੀਂ ਕਰ ਸਕਦੇ ਕਿ ਬੈਪਟਾਈਜ਼ ਨਹੀਂ। ਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਬਹੁਤ ਅੱਛੀ ਗੱਲ, ਇਹ ਮੇਰੇ ਸਿਰ ਤੇ ਨਹੀਂ ਰਹਿ ਗਈ ਗੱਲ। ਹੁਣ ਪ੍ਰਭੂ ਨੇ ਆਪੇ ਨਹੀਂ ਕਰਨਾ ਤੇ ਤਾਂ ਠੀਕ ਆ, ਮੈਨੂੰ ਨਾ ਨਹੀਂ ਕਰਨੀ ਪਈ। ਤੂੰ ਇੱਧਰੋਂ ਨਾ ਆਈ ਆ ਕਿ ਅਸੀਂ ਨਹੀਂ ਕਰ ਸਕਦੇ ਕਨਫਰਮ। ਇਸ ਗੱਲ ਤੇ ਅੱਜ ਤੱਕ ਮੈਨੂੰ ਮੇਰੇ ਪਾਦਰੀ ਨੇ ਕਦੀ ਨਹੀਂ ਸੀ ਕਿਹਾ ਕਿ ਤੈਨੂੰ ਆਹ ਕੰਮ ਕਰਨਾ ਚਾਹੀਦਾ ਆ। ਤੇ ਉਸ ਸਮੇਂ ਉਸਨੇ ਜ਼ਰੂਰ ਮੈਨੂੰ ਕਿਹਾ ਰਾਣੀ ਮੈਂ ਤੈਨੂੰ ਬੈਪਟਾਈਜ਼ ਕਰ ਦੂੰਗਾ, ਮੈਂ ਸੰਡੇ ਤੈਨੂੰ ਬੈਪਟਾਈਜ਼ ਕਰ ਦੂੰਗਾ ਤੇ ਮੰਡੇ ਤੂੰ ਕਨਫਰਮ ਹੋ ਸਕਦੀ। ਮੈਂ ਕਿਹਾ ਮੈਂ ਕਿਸੇ ਦੇ ਸਾਹਮਣੇ ਬੈਪਟਾਈਜ਼ ਨਹੀਂ ਹੋਣਾ। ਕਹਿੰਦਾ ਕਿ ਤੈਨੂੰ ਪੰਜ ਬੰਦਿਆਂ ਦੀ ਜ਼ਰੂਰਤ ਹੈ ਜਿਹੜੇ ਤੇਰੇ ਵਾਸਤੇ ਉਸ ਵੇਲੇ ਪ੍ਰਾਰਥਨਾ ਕਰਨ। ਮੈਂ ਕਿਹਾ ਮੇਰੇ ਕੋਲ ਮੈਂ ਆਪਣੇ ਬੰਦਿਆਂ ਨੂੰ ਜਿਹੜੇ ਮੈਨੂੰ ਜਾਣੀ ਕਿ ਘਰ ਦੇ ਸੀਗੇ ਇਹਨਾਂ ਦੇ ਨਾਂ। ਕਹਿੰਦੇ ਨਹੀਂ ਰਾਣੀ ਉਹ ਬੰਦੇ ਬੈਪਟਾਈਜ਼ ਹੋਣੇ ਚਾਹੀਦੇ। ਮੈਂ ਕਿਹਾ ਮੈਂ ਹੁਣ ਕਿਹਨੂੰ ਕਹਾਂ ਕਿ ਇਹ ਥਰਸਡੇ ਦੀ ਗੱਲ ਸੀ। ਤੇ ਉਹਨਾਂ ਨੇ ਮੈਨੂੰ ਟੈਲੀਫੋਨ ਦਿੱਤੇ। ਮੈਂ ਕਿਹਾ ਮੈਨੂੰ ਮੇਰੇ ਨਾਲ ਕੁਝ ਲੇਡੀ ਸੀ ਜਿਹੜੀਆਂ ਬਹੁਤ ਪਿਆਰ ਦੇ ਨਾਲ ਬੋਲਦੀਆਂ ਜਦ ਮੈਂ ਚਰਚ ਜਾਂਦੀ ਹਾਂ। ਮੈਂ ਉਹਨਾਂ ਨੂੰ ਪੁੱਛਦੀ ਉਹ ਕਹਿੰਦੀਆਂ ਕਿ ਹਾਂ ਅਸੀਂ ਜ਼ਰੂਰ ਤੇਰੇ ਨਾਲ ਹਾਜ਼ਰ ਹੋਵਾਂਗੇ, ਅਸੀਂ ਪ੍ਰਾਰਥਨਾ ਉਸ ਵੇਲੇ ਦੇ ਵਿੱਚ ਸ਼ਾਮਲ ਹੋਵਾਂਗੇ। ਸੋ ਜਦ ਉਹਨਾਂ ਨੇ ਸੰਡੇ ਸਰਵਿਸ ਸਾਰੀ ਪੂਰੀ ਕਰ ਦਿੱਤੀ, ਸਭ ਲੋਕ ਘਰ ਨੂੰ ਚਲ ਗਏ। ਤੇ ਉਸ ਵੇਲੇ ਫਿਰ ਮੇਰੇ ਨਾਲ ਜੋ ਜਿੰਨੇ ਸੀਗੇ ਜਿਨ੍ਹਾਂ ਨੂੰ ਕੁਝ ਪਤਾ ਲੱਗ ਗਿਆ ਕਿ ਇਸ ਵੇਲੇ ਰਾਣੀ ਦੀ ਬੈਪਟਿਜ਼ਮ ਹੋਣੀ, ਉਹਨਾਂ ਨੇ ਵੀ ਮੇਰੀ ਆਗਿਆ ਲਈ ਕਿ ਅਸੀਂ ਰਹਿ ਸਕਦੇ ਹਾਂ ਤੇਰੀ ਬੈਪਟਾਈਜ਼ ਤੇ। ਤੇ ਫਿਰ ਉਸ ਵੇਲੇ ਅਸੀਂ ਜੋ ਰਸਮ ਸੀਗੀ ਮੇਰੇ ਪਾਦਰੀ ਨੇ ਕੀਤੀ। ਸੋ ਇਹ ਜੋ ਪ੍ਰਤਾਪ ਪ੍ਰਭੂ ਦਾ ਮੇਰੀ ਜ਼ਿੰਦਗੀ ਦੇ ਵਿੱਚ ਆਇਆ, ਇਸ ਦਾ ਮੈਂ ਬਿਆਨ ਨਹੀਂ ਕਰ ਸਕਦੀ।
ਕਿ ਮੈਨੂੰ ਨਾ ਚਾਹੁੰਦੀ ਹੁੰਦੀ ਨੂੰ ਵੀ ਉਹ ਲੈ ਕੇ ਆਏ ਤੇ ਵਾਪਸ ਨਾ ਮੁੜ ਕੇ ਕਦੀ ਨਹੀਂ ਦੇਖਿਆ। ਇਹ ਮੈਨੂੰ ਜ਼ਰੂਰੀ ਤਸੱਲੀ ਹੋ ਗਈ ਆ ਕਿ ਜੋ ਸਾਨੂੰ ਬਾਣੀ ਦਿੱਤੀ ਗਈ ਹੈ ਉਸ ਦੇ ਵਿੱਚ ਸਾਨੂੰ ਸਮਝ ਨਹੀਂ ਆਈ ਕਿ ਸਾਨੂੰ ਕਿਸ ਦੇ ਲੜ ਲਾ ਰਹੇ ਆ ਸਾਡੇ ਗੁਰੂ, ਕਿਉਂਕਿ ਉਹ ਖਾਸ ਕਹਿ ਰਹੇ ਆ ਆਦ ਗੁਰੂ ਨਵੇਂ ਜੁਗਾਦ ਗੁਰੂ ਨਵੇਂ ਸਤ ਗੁਰੂ ਨਵੇਂ। ਸੋ ਇਹ ਹੋਰ ਕੌਣ ਹੈ ਜੇ ਜੀਸਸ ਨਹੀਂ ਹੈ? ਤਾਂ ਮੇਰੀ ਪ੍ਰਾਰਥਨਾ ਹੈ ਪ੍ਰਭੂ ਦੇ ਇਹ ਜੋ ਗਿਆਨ ਹੈ ਇਹ ਹਰ ਇੱਕ ਸਿੱਖ ਦੇ ਹਿਰਦੇ ਵਿੱਚ ਆਵੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਦਲ, ਕਿਉਂਕਿ ਉਹ ਆਪਣੇ ਕੀਤੀ ਦਾਤੇ ਨੂੰ ਦੇ ਬਾਰੇ ਪੜ੍ਹਦੇ ਹੋਏ ਵੀ ਜਾਣਦੇ ਨਹੀਂ ਆ। ਉਹਨਾਂ ਨੂੰ ਇਹ ਬਹੁਤ ਜ਼ਰੂਰੀ ਹੈ। ਮੇਰੀ ਪ੍ਰਾਰਥਨਾ ਕਿ ਮੇਰੇ ਸਿੱਖ ਭਾਈ ਤੇ ਭੈਣਾਂ ਸਭ ਉਸ ਪ੍ਰਭੂ ਦੇ ਕੋਲ ਆ ਸਕਣ ਜਿਸ ਦੇ ਨਾਲ ਉਹਨਾਂ ਦਾ ਸਦੀਵੀ ਜੀਵਨ ਜਿਸ ਤੇ ਨਿਰਭਰ ਹੈ। ਸਾਡੀ ਬਾਣੀ ਦੇ ਵਿੱਚ ਲਿਖਿਆ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਾਰ ਪ੍ਰਗਟ ਆਖ ਸੁਣਾਇਆ। ਇਹ ਮੇਰੇ ਪ੍ਰਭੂ ਨੇ ਮੇਰੇ ਵਿੱਚ ਆਪ ਪ੍ਰਗਟ ਹੋ ਕੇ ਸੁਣਾਇਆ। ਜੋ ਕਿ ਮੈਂ ਅਰਦਾਸ ਕਰਦੀ ਕਿ ਹਰ ਜੀਵ ਸੁਣੇ, ਹਰ ਜੀਵ ਇਸ ਪ੍ਰਭੂ ਦੇ ਕੋਲ ਆਵੇ ਕਿ ਇਸ ਮੌਤ ਵਿੱਚ ਜਿਸ ਦੇ ਵਿੱਚ ਤੁਰੇ ਫਿਰਦੇ ਇਸ ਦੇ ਵਿੱਚੋਂ ਨਿਕਲ ਕੇ ऐसे ही जिंदगी पावे। आमीन। हालेलुया। आमीन सिस्टर जी। हालेलुया। थैंक यू वेरी मच सिस्टर, थैंक यू। हालेलुया। खुदावंद हमारी बहन रानी को बहुत सारी बरकत दे। अब हमारी बहन रानी खुदावंद की बहुत नज़दीकी में है और बहनों के साथ प्रचार भी वो करते हैं। खुदावंद उन्हें बहुत बरकत दे और ये संदेश हमारी दुआ है, ये संदेश जो है वो सुने और बचाए जाए जिन्होंने अभी तक खुदावंद को अपना निजात दहिंदा नहीं माना। गॉड ब्लेस यू।